ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਸਰ ਦੀਨ ਦਇਆਲਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਨ ਹੈ, ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਰਨੇ, ਕਾਰਨ ਕਬਨ ਅਬੋਲ ਰਹਾ। ਬਹੁਤ ਜਨਮ ਬਿਸਰੇ ਥੇ ਮਾਧੋ, ਤਿਹੁ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵਹੁ, ਚਿਰ ਭਇਓ ਦਰਸ਼ਨ ਦੇਖੇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਤਸੰਗ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜੀ ਆਇਆਂ ਨੂੰ ਆਖਿਆ ਜਾਂਦਾ ਹੈ, ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸੋ ਵੱਡੇ ਭਾਗ ਨੇ। ਆਓ ਗੁਰਮੁਖ ਪਿਆਰਿਓ, ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ, ਉਹਨਾਂ ਦੇ ਜੀਵਨ ਬਾਰੇ ਅੱਗੇ ਫੇਰ ਵਿਚਾਰ ਕਰੀਏ, ਜਿੱਥੋਂ ਕੱਲ ਆਪਾਂ ਸਮਾਪਤੀ ਕੀਤੀ ਸੀ। ਜਿਸ ਵੇਲੇ ਚੰਦਨ ਦੀ ਚੌਂਕੀ ਦੇ ਸਮੇਤ ਉਹ ਪੱਥਰ ਦੀਆਂ ਮੂਰਤੀਆਂ ਭਗਤ ਰਵਿਦਾਸ ਸਾਹਿਬ ਜੀ ਦੇ ਕੋਲ ਆ ਗਈਆਂ, ਕਾਂਸੀ ਦੇ ਮੰਦਰਾਂ ਦੇ ਟਲ ਖੜਕਦੇ ਗਏ, ਭਗਤ ਰਵਿਦਾਸ ਜੀ ਜੈ ਜੈਕਾਰ ਹੁੰਦੀ ਗਈ। ਤੇ ਭਗਤ ਰਵਿਦਾਸ ਜੀ ਉੱਠੇ ਤੇ ਸਤਿਕਾਰ ਦੇ ਨਾਲ ਚੰਦਨ ਦੀ ਚੌਂਕੀ ਚੁਕਵਾ ਕੇ ਆਪਣੇ ਮੰਦਰ ਦੇ ਵੱਲ ਚੱਲ ਪਏ। ਅੱਜ ਉਸ ਤੋਂ ਅੱਗੇ ਫਿਰ ਆਪਾਂ ਭਗਤ ਰਵਿਦਾਸ ਜੀ ਦਾ ਜੀਵਨ ਸਾਂਝਾ ਕਰਾਂਗੇ। ਭਗਤ ਰਵਿਦਾਸ ਸਾਹਿਬ ਜੀ ਦੇ ਵਚਨ ਨੇ ਕਿ ਸਾਧੂ ਕੀ ਜੋ ਲਿਹੁ ਓਟ, ਤੀਰੇ ਮਿਟੈ ਪਾਪ ਸਭ ਕੋਟ ਕੋਟ। ਕਹਿ ਰਵਿਦਾਸ ਜੂ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਹੋ ਜੋਨ ਕਾਮ। ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ ਦੇ ਬਚਨ ਨੇ ਕਿ ਸਾਧੂ ਕੀ ਜੋ ਲਿਹੇ ਓਟ, ਤੀਰੇ ਮਿਟੇ ਪਾਪ ਸਭ ਕੋਟ ਕੋਟ। ਕਹਿ ਰਵਿਦਾਸ ਜੂ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਸਤ ਹੈ ਭਗਤ ਜੇ ਠੀਕ ਆਖਦੇ ਨੇ, ਭਗਤ ਰਵਿਦਾਸ ਸਾਹਿਬ ਠੀਕ ਆਖਦੇ ਨੇ। ਭਗਤ ਜੀ ਕਹਿੰਦੇ ਜੋ ਸਾਧੂ ਮਹਾਤਮਾ ਦੀ ਸ਼ਰਨ ਵਿੱਚ ਆਉਂਦਾ ਨਾ, ਜਿਹੜਾ ਮਨੁੱਖ
ਸਾਧੂ ਸੰਤ ਮਹਾਤਮਾ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਉਹਨਾਂ ਦਾ ਆਸਰਾ ਲੈ ਕੇ ਨਾਮ ਜਪਦਾ ਹੈ, ਉਸ ਦੇ ਸਾਰੇ ਪਾਪ ਲੱਥ ਜਾਂਦੇ ਨੇ। ਮਿਟੇ ਤੇਰੇ ਮਿਟੇ ਪਾਪ ਸਭ ਕੋਟ ਕੋਟ। ਜਿਹੜਾ ਸੰਤ ਮਹਾਤਮਾ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਉਸ ਦੇ ਸਾਰੇ ਪਾਪ ਲੱਥ ਜਾਂਦੇ ਨੇ। ਜਿਹੜਾ ਨਾਮ ਜਪਦਾ ਹੈ, ਉਸ ਦੇ ਤਾਂ ਜਨਮ ਮਰਨ ਦੇ ਦੁੱਖ ਘਟੇ ਜਾਂਦੇ ਨੇ। ਜਿਹੜਾ ਪਰਮੇਸ਼ਰ ਦੀ ਨਾਮ ਦੀ ਕਮਾਈ ਕਰਨਾ ਸ਼ੁਰੂ ਕਰ ਦਿੰਦਾ ਹੈ, ਭਾਵ ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ, ਜਨਮ ਮਰਨ ਤੋਂ ਉਹ ਮਨੁੱਖ ਰਹਿਤ ਹੋ ਜਾਂਦਾ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ। ਐਸਾ ਉਪਦੇਸ਼ ਭਗਤ ਰਵਿਦਾਸ ਜੀ ਕਰਦੇ ਰਹਿੰਦੇ ਸਨ। ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦੀ ਮਹਿਮਾ ਦਿਨੋਂ ਦਿਨ ਵੱਧਦੀ ਜਾਣ ਲੱਗੀ। ਸ਼ਰਧਾਲੂ ਲੋਕ ਦਰਸ਼ਨ ਕਰਨ ਲਈ ਭਗਤ ਰਵਿਦਾਸ ਸਾਹਿਬ ਜੀ ਦੇ ਕੋਲ ਚੱਲ ਕੇ ਆਉਂਦੇ, ਤੇ ਭਗਤ ਰਵਿਦਾਸ ਜੀ ਦੇ ਕੋਲ ਸਤ ਸੰਗਤ ਕਰਦੇ ਰਹਿੰਦੇ ਸਨ ਸ਼ਰਧਾਲੂ ਲੋਕ। ਕੁਝ ਸਤ ਸੰਗੀ ਨਾ ਸਾਧ ਸੰਗੀ ਰਾਜਸਥਾਨ ਦੇ ਕਿਲਾ ਚਿਤੌੜਗੜ੍ਹ ਤੋਂ ਆਏ। ਕੁਝ ਸਤ ਸੰਗੀ ਸੀ, ਰਾਜਸਥਾਨ ਦੇ ਕਿਲਾ ਚਿਤੌੜ ਤੋਂ ਆਏ। ਜਦ ਉਹ ਵਾਪਸ ਗਏ ਨਾ ਦਰਸ਼ਨ ਕਰਕੇ ਭਗਤ ਰਵਿਦਾਸ ਸਾਹਿਬ ਜੀ ਦੇ, ਤਾਂ ਉਥੋਂ ਦੀ ਧਰਮ ਲੱਗਣ ਵਾਲੀ ਰਾਣੀ ਝਾਲੀ ਨੇ ਉਹਨਾਂ ਦੇ ਪਾਸੋਂ ਭਗਤ ਰਵਿਦਾਸ ਸਾਹਿਬ ਜੀ ਦੀ ਮਹਿਮਾ ਸੁਣੀ, ਉਹਨਾਂ ਸਤਸੰਗੀਆਂ ਦੇ ਪਾਸੋਂ। ਉਹਨਾਂ ਨੇ ਦੱਸਿਆ ਕਿ ਭਗਤ ਰਵਿਦਾਸ ਜੀ ਨੂੰ ਭਗਵਾਨ ਦੇ ਪ੍ਰਤੱਖ ਦਰਸ਼ਨ ਹੋਏ ਨੇ ਤੇ ਭਗਵਾਨ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ। ਗੱਲ ਕੀ ਭਗਤ ਰਵਿਦਾਸ ਜੀ ਦੇ ਪ੍ਰਤਾਪ ਸੰਬੰਧ ਵਿੱਚ ਜੋ ਵੀ ਕੁਝ ਉਹਨਾਂ ਨੇ ਸੁਣਿਆ ਉਹ ਰਾਣੀ ਝਾਲੀ ਨੂੰ ਸੁਣਾ ਦਿੱਤਾ। ਸਾਧ ਸੰਗਤ ਜੀ, ਤੇ ਰਾਣੀ ਝਾਲੀ ਦੇ ਮਨ ਦੇ ਵਿੱਚ ਇੱਛਾ ਹੋਈ ਕਿ ਉਹ ਭਗਤ ਰਵਿਦਾਸ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲ ਕਰੇ। ਮਨ ਦੇ ਵਿੱਚ ਇੱਛਾ ਹੋਈ ਵੀ ਮੈਂ ਵੀ ਆਪਣੇ ਜਨਮ ਨੂੰ ਸਫਲ ਕਰਾਂ ਭਗਤ ਰਵਿਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ। ਉਹ ਤਾਂ ਸਤ ਸੰਗਣ ਸੀ ਸਾਧ ਸੰਗੀ। ਉਸਨੇ ਹੁਕਮ ਕੀਤਾ ਤੇ ਰਾਣੀ ਨੂੰ ਮਨਾ ਲਿਆ ਕਿ ਉਹ ਰਾਣੀ ਨੂੰ ਯਾਤਰਾ ਕਰਨ ਦੀ ਆਗਿਆ ਬਖਸ਼ ਦੇਵੇ। ਤੇ ਸਾਧ ਸੰਗਤ ਜੀ, ਰਾਣੇ ਨੇ ਰਾਣੀ ਨੂੰ ਆਗਿਆ ਦੇ ਦਿੱਤੀ ਤੇ ਰਾਣੀ ਝਾਲੀ ਬਹੁਤ ਕੁਝ ਪੂਜਾ ਦਾ ਸਮਾਨ ਦੇਣ ਵਾਸਤੇ, ਧਨ ਤੇ ਲੰਗਰਾਂ ਵਾਸਤੇ ਰਸਤਾ ਲੈ ਕੇ ਭਗਤ ਰਵਿਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚਿਤੌੜ ਤੋਂ ਚੱਲ ਪਈ ਰਾਣੀ ਝਾਲੀ। ਤੇ ਚਲਦੀ ਚਲਦੀ ਰਾਣੀ ਕਾਂਸੀ ਨਗਰ ਦੇ ਵਿੱਚ ਆ ਪੁੱਜੀ। ਸਾਧ ਸੰਗਤ ਜੀ, ਸਮਾਂ ਤੈਅ ਰਸਤਾ ਤੈਅ ਕਰਦੇ ਕਰਦੇ ਜਦੋਂ ਕਾਂਸੀ ਨਗਰੀ ਆ ਪੁੱਜੀ, ਕਾਂਸੀ ਨਗਰੀ ਦੀ ਮਹਿਮਾ ਸੁਣੀ ਸੀ। ਦੇਵਤਿਆਂ ਤੇ ਭਗਤਾਂ ਦੀ ਨਗਰੀ ਦੇ ਨਾਲ ਹੀ ਠੱਗ ਪੰਡਤਾਂ ਦੀ ਨਗਰੀ। ਮਾਇਆ ਦਾ ਲਾਲਚ ਪੰਡਤਾਂ ਨੂੰ ਬਹੁਤ ਸੀ। ਸਾਧ ਸੰਗਤ ਜੀ, ਉਹ ਤਾਂ ਆਏ ਗਏ ਦੇ ਲਾਲਚ ਦੇ ਵਿੱਚ ਕੱਪੜੇ ਉਤਾਰ ਲੈਂਦੇ ਸਨ। ਸਾਧ ਸੰਗਤ ਜੀ, ਰਾਣੀ ਝਾਲੀ
ਹਾਥੀ ਤੇ ਸਵਾਰ ਹੋ ਕੇ ਜਦੋਂ ਕਾਂਸੀ ਦੇ ਕੋਲ ਪੁੱਜੀ ਨਾ ਸਾਧ ਸੰਗਤ ਜੀ, ਤਾਂ ਉੱਥੇ ਅੱਗੋਂ ਰਾਜਗੁਰੂ ਰਾਜ ਪੁਰੋਹਿਤ ਮਿਲ ਪਏ। ਉਹਨਾਂ ਨੇ ਰਾਣੀ ਦੇ ਪਤੀ ਦੀ ਵੰਸ਼ ਦਾ ਨਾਮ ਲਿਆ ਕਿ ਆਖਿਆ ਕਿ ਰਾਣੀ ਜੀ ਚਲੋ ਧਰਮਸ਼ਾਲਾ ਦੇ ਵਿੱਚ ਵਿਸਰਾਮ ਕਰੋ, ਜਿਹੜੀ ਧਰਮਸ਼ਾਲਾ ਚਤੌੜ ਦੇ ਰਾਣਿਆਂ ਦੀ ਹੈ। ਜਦੋਂ ਉਹ ਆਉਂਦੇ ਹਨ ਤਾਂ ਉਸ ਧਰਮਸ਼ਾਲਾ ਦੇ ਵਿੱਚ ਠਹਿਰਦੇ ਨੇ। ਉਸ ਦੇ ਪਿੱਛੋਂ ਗੰਗਾ ਇਸ਼ਨਾਨ, ਪੂਜਾ ਜਗ ਤੇ ਪੁੰਨਦਾਨ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ। ਰਾਣੀ ਝਾਲੇ ਕਹਿਣ ਲੱਗੀ, ਹੀ ਪੰਡਿਤੋ, ਪਹਿਲਾਂ ਮੈਂ ਉਸ ਮੰਦਰ ਵਿੱਚ ਜਾਣਾ ਹੈ ਜਿਸ ਮੰਦਰ ਦੇ ਵਿੱਚ ਭਗਤ ਰਵਿਦਾਸ ਜੀ ਰਹਿੰਦੇ ਨੇ। ਰਾਣੀ ਝਾਲੀ ਨੇ ਪੁਰੋਹਿਤ ਨੂੰ ਇਹ ਉੱਤਰ ਦਿੱਤਾ। ਸਾਧ ਸੰਗਤ ਜੀ, ਉਹ ਪੁਰੋਹਿਤ ਕਹਿਣ ਲੱਗਾ, ਹੈ ਪਹਿਲਾਂ ਰਵਿਦਾਸ ਦੇ ਮੰਦਰ ਦੇ ਵਿੱਚ? ਹਰੇ ਰਾਮ ਹਰੇ ਰਾਮ। ਰਾਣੀ ਜੀ ਆਪ ਕੀ ਕਹਿ ਰਹੇ ਹੋ? ਕੁਲ ਰੀਤੀ ਦੇ ਅਨੁਸਾਰ ਸਭ ਤੋਂ ਪਹਿਲਾਂ ਆਪ ਨੇ ਗੰਗਾ ਦੇ ਇਸ਼ਨਾਨ ਕਰਨੇ ਨੇ। ਤੀਰਥ ਯਾਤਰਾ ਤੇ ਆਏ ਹੋ, ਇਹ ਤੁਸਾਨੂੰ ਕਿਸੇ ਨੇ ਭੁਲੇਖਾ ਪਾ ਦਿੱਤਾ ਕਿ ਪਹਿਲਾਂ ਤੁਸੀਂ ਰਵਿਦਾਸ ਦੇ ਮੰਦਰ ਵਿੱਚ ਜਾਣਾ ਹੈ। ਆਪ ਜੀ ਨੇ ਤਾਂ ਪਹਿਲਾਂ ਗੰਗਾ ਤੇ ਇਸ਼ਨਾਨ ਕਰਨਾ ਹੈ। ਇਉਂ ਆਖ ਕੇ ਨਾ ਉਹਨਾਂ ਸਾਰੇ ਪੁਰੋਹਿਤਾਂ ਨੇ, ਪੰਡਤਾਂ ਨੇ ਬੜਾ ਟਿੱਲ ਲਾਇਆ ਕਿ ਉਹ ਰਾਣੀ ਨੂੰ ਭਗਤ ਰਵਿਦਾਸ ਦੇ ਡੇਰੇ ਵੱਲੋਂ ਮੋੜ ਲੈਣ, ਮੰਦਰ ਦੇ ਵੱਲੋਂ ਮੋੜ ਲੈਣ। ਪਰ ਸਾਧ ਸੰਗਤ ਜੀ, ਉਹ ਮੋੜ ਨਾ ਸਕੇ ਰਾਣੀ ਝਾਲੀ ਨੂੰ। ਰਾਣੀ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ, ਆਪਣੇ ਨੌਕਰਾਂ ਨੂੰ ਹੁਕਮ ਕੀਤਾ ਕਿ ਭਗਤ ਰਵਿਦਾਸ ਜੀ ਦਾ ਜਿਹੜਾ ਦਿਉਰਾ ਹੈ, ਮੰਦਰ ਹੈ, ਲੋਕਾਂ ਨੂੰ ਪੁੱਛ ਕੇ ਉਧਰ ਚਲਿਆ ਜਾਵੇ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਭਗਤ ਰਵਿਦਾਸ ਦੇ ਮੰਦਰ ਤੇ ਜਾਣਾ ਹੈ। ਤੇ ਸਾਧ ਸੰਗਤ ਜੀ, ਕਾਂਸੀ ਦਾ ਬੱਚਾ ਭਗਤ ਰਵਿਦਾਸ ਸਾਹਿਬ ਦੇ ਨਾਂ ਤੋਂ ਜਾਣੂ ਸੀ। ਜਦੋਂ ਉਹਨਾਂ ਨੇ ਪੁੱਛਿਆ ਤਾਂ ਰਵਿਦਾਸ ਜੀ ਦੇ ਸ਼ਰਧਾਲੂ ਉਹਨਾਂ ਨੂੰ ਲੈ ਕੇ ਭਗਤ ਰਵਿਦਾਸ ਸਾਹਿਬ ਜੀ ਦੇ ਮੰਦਰ ਦੇ ਵੱਲ ਲੈ ਤੁਰੇ। ਭਗਤ ਰਵਿਦਾਸ ਜੀ ਦੇ ਉੱਚ ਮੰਦਰਾਂ ਦੇ ਵੱਲ ਰਾਣੀ ਝਾਲੀ ਚੱਲ ਪਈ। ਸਾਧ ਸੰਗਤ ਜੀ, ਜਦੋਂ ਉਹ ਉੱਥੇ ਪੁੱਜੀ ਨਾ ਤੇ ਸਾਧ ਸੰਗਤ ਜੀ ਅੱਗੇ ਨਾ ਹਰੀ ਨਾਮ ਦਾ ਕੀਰਤਨ ਹੋ ਰਿਹਾ ਸੀ ਭਗਤ ਰਵਿਦਾਸ ਸਾਹਿਬ ਜੀ ਦੇ ਮੰਦਰ ਦੇ ਵਿੱਚ। ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਆਸਣ ਜਮਾਈ ਭਗਤ ਰਵਿਦਾਸ ਸਾਹਿਬ ਜੀ ਪ੍ਰਭੂ ਗੁਣ ਗਾ ਰਹੇ ਸਨ ਤੇ ਉਹਨਾਂ ਦੇ ਸ਼ਰਧਾਲੂ ਕੋਲ ਬੈਠੇ ਖੜਤਾਲਾਂ ਵਜਾ ਕੇ ਸ਼ਬਦ ਕੀਰਤਨ ਕਰ ਰਹੇ ਸਨ। ਉਹ ਇਸ ਸ਼ਬਦ ਦਾ ਕੀਰਤਨ ਕਰ ਰਹੇ ਸਨ, ਹਰਸੋ ਹੀਰਾ ਸਾੜਕੈ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਾਖੈ ਰਵਿਦਾਸ। दूसरा शब्द उन्होंने उच्चारण किया कि जल की भीत पवन का थंबा रक्त बुंद का गारा, हाड़ मास नाड़ी को पिंजर पंखी बसे बिचारा। प्राणी क्या मेरा क्या तेरा जैसे तरबर पंख बसेरा रहाओ। इन शब्दों का भाव सी साध संगी भगत रविदास साहब जी दसदे ने। भगत जी कहते भाई इस शरीर ते जो मान करते हो ना तुसी,
इस शरीर ते जो तुसी मान करते हो, ये शरीर एक पानी की कंध है, जल की भीत पवन का थंबा। ये शरीर एक पानी की कंध है, सास भाव हवा का इनू आसरा है। मां की रखत ते पिता दे बिंद दा इसनू गारा लग्या होया। इस शरीर नू हड्डियां मांस ते नाड़ियां दा एक पिंजरा है। इस पिंजरे दे विच पांसी जीव आत्मा बस रहा है। हाड़ मास नाड़ी को पिंजर पांखी वसै विचारा। प्राणी क्या मेरा क्या तेरा। हे भाई, इस पिंजरे दे विच जीव आत्मा बस रहा है। भाई, जिस जग दे विच कुछ तेरा भी नहीं मेरा नहीं, जिवें पांसी शाम नूं आउंदे ने ना ते रुख उत्ते बैठ जाते ने, पांसी उडारी भरते रहंदे ने दिन दे वेले। जिस वेले सत्संग दी शाम हो जाती है ना, ते उस वेले वो जिथे दा कोई दरख्त उन्होंने नेड़े हुंदा उत्थे अपना टिकाणा बना लैंदे ने। जदों सवेर हो जाती है, सवेर हुंदे सार पंछी उस रुख तो अपनी उडारी भर दिंदे ने। इस मनुख दे नालों तो पंछी बहुत सियाणे ने। भगत रविदास साहिब कहंदे भी मनुख कहंदा मेरा घर है, मेरा परिवार है, मेरी जमीन जायदाद है, पर इस मनुख दे नालों तो पंछी भी समझदार ने। वो कदे रुख नूं अपना नहीं समझते। रात कटते ने, सवेर हुंदे सार उडारी भर दिंदे ने, ते अगले दिन शायद किसी होर दरख्त उत्ते जा बैठना। इस वास्ते वो उस रुख नूं कदी भी अपना नहीं मनते, अपना नहीं कहंदे। इस तरह जीव इस संसार ते आउंदा है ते भगत रविदास साहब जी कहंदे चलिया जांदा है। ना आउंदियां दे नाल कुछ लिआउंदा है ते ना जांदियां दे नाल जग दी कोई चीज़ लैके गया कोई मनुख अज तक। सगों मिट्टी दा शरीर इत्थे छड्ड के छड्डना पैंदा इस मनुख नूं। जो सानूं मिट्टी दा शरीर मिलिया होया है, आखिर नूं ये भी दुनियादारी ते रह जांदा है। इस शरीर दे सुखां वास्ते जो तू डूंघियां नीहां रख के मंदिर ते किले उसारे जा रहे हैं, इसका भी इस शरीर नूं कोई लाभ नहीं। भगत रविदास साहिब कहंदे तेरे वास्ते तां 3.5 हत्थ 3 हत्थ जगह मिलनी है तेरे वास्ते। 3.5 हाथ तेरी सेवा, राखो कंध उसारो नीवा। 3.5 हाथ तेरी सेवा। तैनूं तां अखीरी समय भाई 3.5 हाथ जगह मिलनी है। जा जे तेरा शरीर कद कट होया तो 4.25 ले लेंगा, पर तैनूं तां 3.5 हाथ जगह ही मिलनी है आखिरी समय। ओ मूर्ख बंदे, सुंदर बाल बाह बाह के पग नूं टेढ़ी बन के आकड़ आकड़ के तुरदा है, पर यह कदी नहीं सोचा कि इस तन ने, इस सुंदर शरीर ने एक दिन मिट्टी की ढेरी भी हो जाना है। आ तेरे दिमाग विच गल कदे आई नहीं। भगत रविदास कहंदे हे उच्चे मंदिरां दे सीस महलां विच रहण वालिओ, सुंदर ते जोबनमती मटियारों, राम नाम तो बिना जीवन बाजी हार के जाओगे सारे। परमेश्वर की बंदगी तो बिना, वाहिगुरू के नाम तो बिना बाजी हार दी जाती है। भाव मनुखा जन्म गवा लिया जाता है परमेश्वर की बंदगी तो बिना। भगत रविदास कहते हे परमात्मा ही परमेश्वर, मेरी तां जात भी नीवी है। मेरी जात कमीनी पांत नमीनी, ओछा जन्म हमारा, तुम शरणागत राजा रामचंद्र कै रविदास चमारा।
मेरी जात नीवीं है, मेरी पत भी नीवीं है, ते मेरा जन्म भी चमारां दे घर दे विच होया है। जिन्हां नूं लोक शूदर ते असूत क्या आखदे ने, फिर भी दाता बख्श के मेहर कर। हे अकाल पुरख वाहिगुरू परमेश्वर, मैं तेरी शरण दे विच आया ते तेरे तो बिना मेरा कुछ होर है भी नहीं। भगत रविदास जी दे पवित्र मुखारबिंद तो बाणी सुनते सार ना साध संगत जी, राणी झाली दे कपाट खुल गए। साध संगत जी, ज्ञान हो गया उसनूं जदों आ शब्द सुनिया, आ शब्द का कीर्तन सुनिया ते राणी दे कपाट खुल गए। साध संगत, उसकी आत्मा सुरजीत हो गई। उसने मन ही मन विच सोचिया, मन विच सोचती है राणी, कहने लगी चंगा ही हो गया, छोटी उम्र विच ही भगती मार्ग ते तुरी आ। साही मंदिरां विच राम नाम तो बिना रहना बेअर्थ है। राम सिमरन वास्ते उस साध संग जी बड़ी तड़फी। साध संग जी भी परमात्मा की बंदगी करनी चाहिए है। जदों कीर्तन हो गया ना, कीर्तन की समाप्ति हुई तां राणी झाली ने भगत रविदास जी के चरणों ते डिग के बेनतियां करन लग पई। राणी झाली साध संगत जी भगत रविदास साहब के चरणों ते डिग पई ते बेनतियां करन लग पई। कहन लगी, हे परमेश्वर, हे नाथ, मेरे ते भी कृपा करो। मैनू शरण ला के भगती मारन ते तुरन दे वल दसो। मैं पापण ने मनुखा जन्म का मुल नहीं जानिया। जीवन दे जिन्ने दिन गवाए ने, मैं सारे बेअर्थ गवाते परमेश्वर की बंदगी तो बिना। ते भगत जी मेरे ते कृपा करो, मैनू अपनी चेली बनाओ। मैं सेवा करांगी, सिमरन करांगी, राम नाम उते राज ते दुनियावी सुख वार देंगी। मैं अजे तक किसी कोलों नाम जपन की जुगती नहीं सुनी। अपना चरनामित दिओ, मेहर करो परमेश्वर, भगती दान बख्शो। राणी झाली भगत रविदास साहब के चरणों ते डिग के आ बेनतियां कर रही है। साध संगत जी ते राणी झाली दी अरजोई प्रवान हो गई। साध संगत जी बेनती प्रवान हो गई। जदों मनुख सच्चे दिलों एकाग्रचित होकर बेनती करदा ना परमेश्वर के अगे, ते परमेश्वर नूं वो बेनती प्रवान करनी पैंदी है। राणी झाली दी अरजोई प्रवान हो गई। भगत रविदास जी ने ना साध संगत जी राणी झाली नूं अपनी चेली बना लिया। राणी तीर्थ यात्रा वास्ते जिन्ना भी धन ते कपड़ा लियाई सी, वो सारा धन, वो सारा कपड़ा भगत रविदास जी के चरणों उत्ते रख के मत्था टेक दिता। साध संगत जी मत्था टेक दिता ते राणी की आत्मा शांत हो गई। सारी भटकना मिट गई। परमात्मा का नाम जपन लगी। निरा नाम जपनी ही नहीं ना लगी, सगों खड़ताला सैने हथ फड़ के रविदास जी की बाणी नूं गाउण लग पई। साध संगत जी इतनी मस्त हो गई। इस्त्री सी ना साध संगत जी, इस्त्री होने करके उहदा गला सी जिहड़ा बड़ा सुरीला सी, ते आत्मा दे विच भगती दा जोश सी। जदों राणी बाणी गाउंदी ना, बाणी पढ़दी साध संगत जी,
ਤਾਂ ਅਸਮਾਨ ਤੇ ਉੜਦੇ ਕਹਿੰਦੇ ਪੰਛੀ ਵੀ ਕੀਲੇ ਜਾਂਦੇ ਸੀ। ਇਤਨੀ ਮਿਠਾਸ ਦੇ ਵਿੱਚ ਬਾਣੀ ਪੜ੍ਹਦੀ ਸੀ। ਪੰਛੀਆਂ ਨੂੰ ਵਕੀਲ ਕੇ ਅਸਮਾਨ ਨੂੰ ਸੁੱਟ ਜਾਂਦੀ ਸੀ। ਰਾਮ ਨਾਮ ਸਿਮਰਨ ਦੇ ਬਲ ਨੇ ਸੱਚਮੁੱਚ ਉਸ ਨੂੰ ਝੱਲੀ ਕਰ ਦਿੱਤਾ। ਸਾਧ ਸੰਗਤ ਜੀ, ਪਰਮੇਸ਼ਰ ਦੀ ਬੰਦਗੀ ਨੇ ਸਾਰੇ ਕਾਂਸੀ ਦੇ ਵਿੱਚ ਚਰਚਾ ਛਿੜ ਪਈ। ਸਾਧ ਸੰਗਤ ਜੀ, ਕਾਂਸੀ ਦੇ ਵਿੱਚ ਚਰਚਾ ਛਿੜ ਪਈ ਕਿ ਚਿਤੌੜਗੜ੍ਹ ਨਰੇਸ਼ ਦੀ ਰਾਣੀ ਝਾਲੀ ਬਾਈ ਭਗਤ ਰਵਿਦਾਸ ਦੀ ਚੇਲੀ ਬਣ ਗਈ। ਚਰਚਾ ਛਿੜ ਪਈ ਇਸ ਗੱਲ ਦੀ। ਹਰ ਕੀਰਤਨ ਕਰਨ ਦੇ ਵਿੱਚ ਰੁੱਝ ਗਈ। ਉਸਨੇ ਗਰੀਬੀ ਵੇਸ਼ ਧਾਰਨ ਕਰ ਲਿਆ, ਖੜਤਾਲਾਂ ਹੱਥ ਵਿੱਚ ਲੈ ਲਈਆਂ ਤੇ ਉਸਦੇ ਹਰ ਕੀਰਤਨ ਦੇ ਵਿੱਚ ਬੈਰਾਗ ਤੇ ਪ੍ਰੇਮਾ ਭਗਤੀ ਦਾ ਬੇਅੰਤ ਪ੍ਰਕਾਸ਼ ਹੁੰਦਾ ਹੈ। ਤੇ ਸਾਧ ਸੰਗਤ ਜੀ, ਇਸੇ ਤਰ੍ਹਾਂ ਨਾ ਇੱਕ ਮਹੀਨਾ ਹੋ ਗਿਆ ਰਾਣੀ ਝਾਲੀ ਬਾਈ ਨੂੰ ਕਾਂਸੀ ਦੇ ਵਿੱਚ ਰਹਿੰਦਿਆਂ ਹੋਇਆ। 1 ਮਹੀਨੇ ਦਾ ਸਮਾਂ ਗੁਜ਼ਰ ਗਿਆ। ਉਸਨੇ ਗੰਗਾ ਇਸ਼ਨਾਨ ਵੀ ਕੀਤਾ, ਮੰਦਰਾਂ ਦੇ ਦਰਸ਼ਨ ਵੀ ਕੀਤੇ, ਪਰ ਭਗਤ ਰਵਿਦਾਸ ਤੋਂ ਬਿਨਾਂ ਕਿਸੇ ਥਾਂ ਸਰਦਾ ਧਾਰਨ ਨਾ ਕੀਤੀ। ਬਸ ਜਿਹੜੀ ਸਰਦਾ ਸੀ, ਜਿਹੜਾ ਵਿਸ਼ਵਾਸ ਸੀ, ਉਹ ਭਗਤ ਰਵਿਦਾਸ ਤੇ ਰੱਖਿਆ। ਭਰੋਸਾ ਇੱਕ ਤੇ ਰੱਖਿਆ, ਦਰਸ਼ਨ ਦਿਦਾਰੇ ਸਾਰੇ ਮੰਦਰਾਂ ਦੇ ਕੀਤੇ। ਭਰੋਸਾ ਸਿਰਫ ਤੇ ਸਿਰਫ ਭਗਤ ਰਵਿਦਾਸ ਸਾਹਿਬ ਜੀ ਤੇ ਰੱਖਿਆ। ਉਸਨੇ ਬ੍ਰਾਹਮਣਾਂ ਦੀ ਪਰਵਾਹ ਨਹੀਂ ਕੀਤੀ ਉਸ ਸਮੇਂ। ਸਾਧ ਸੰਗਤ ਜੀ, ਤੇ ਸਾਰੀ ਦੌਲਤ ਜੋ ਪੁੰਨ ਦਾਨ ਵਾਸਤੇ ਲਿਆਈ ਸੀ, ਉਹ ਭਗਤ ਰਵਿਦਾਸ ਦੇ ਲੰਗਰਾਂ ਵਿੱਚ ਖਰਚ ਦਿੱਤੀ। ਰਾਣੀ ਨੇ ਸਾਰੀ ਧਨ ਦੌਲਤ। ਉਸਦੇ ਮਨ ਨੂੰ ਸ਼ਾਂਤੀ ਆ ਗਈ। ਉਹ ਰਾਣੀ ਬਣ ਕੇ ਆਈ ਸੀ ਤੇ ਸਾਧ ਸੰਗਤ ਜੀ ਭਗਤਨੀ ਬਣ ਕੇ ਚਲੀ ਗਈ। ਆਪਣੇ ਰਾਜ ਭਾਗ ਦੇ ਵੱਲ ਮੁੜ ਗਈ ਭਗਤਨੀ ਬਣ ਕੇ। ਉਸਦੇ ਚਿਹਰੇ ਉੱਤੇ ਰੱਬੀ ਪਖਾ ਵੀ ਆ ਗਿਆ ਤੇ ਜਿਹੜਾ ਰਾਣੀ ਦੇ ਦਰਸ਼ਨ ਕਰਦਾ ਨਾ ਸਾਧ ਸੰਗਤ ਜੀ, ਉਸ ਦਾ ਮਨ ਵੀ ਸ਼ਾਂਤ ਹੋ ਜਾਂਦਾ ਸੀ। ਜਿਹੜਾ ਵੀ ਰਾਣੀ ਦੇ ਦਰਸ਼ਨ ਕਰਦਾ ਉਹਦਾ ਮਨ ਸ਼ਾਂਤ ਹੋ ਜਾਂਦਾ। ਐਡੀ ਵੱਡੀ ਉਹਨਾਂ ਤੇ ਭਗਤ ਰਵਿਦਾਸ ਸਾਹਿਬ ਜੀ ਨੇ ਕਿਰਪਾ ਕੀਤੀ। ਤੇ ਸਾਧ ਸੰਗਤ ਜੀ, ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ।